ਪਹਿਲਾਂ 10 साल लोग कुट खाण वास्ते बेरोजगार, चाहे वह डॉक्टर होण, चाहे वह ETT वाले होण, चाहे लाइनमैन होण, आंगनवाड़ी वाले होण, किसान होण। ਪਹਿਲਾਂ ਪੰਜਾਬ ਦੇ ਲੋਕ ਕੁੱਟ ਖਾਣ ਵਾਸਤੇ ਬਠਿੰਡੇ ਜਾਂਦੇ ਸੀ, ਹੁਣ ਉਹਨਾਂ ਨੂੰ ਪਟਿਆਲੇ ਜਾਣਾ ਪੈਂਦਾ। ਸਿਰਫ ਇੱਕ ਸ਼ਹਿਰ ਬਦਲਿਆ, ਹੋਰ ਕੁਝ ਨਹੀਂ ਬਦਲਿਆ। ਜਿੰਨਾ ਵੀ ਮਾਫੀਆ ਜਿਨ੍ਹਾਂ ਨੂੰ ਕਹਿੰਦੇ ਸੀ ਅਸੀਂ ਲੱਕ ਤੋੜ ਦਿਆਂਗੇ, ਆਹ ਕਰ ਦਿਆਂਗੇ, ਉਹ ਕਰ ਦਿਆਂਗੇ, ਸਾਰਾ ਕੁਝ ਸੇਮ ਚੱਲ ਰਿਹਾ ਹੈ। ਸਿਰਫ ਪੱਗਾਂ ਦੇ ਰੰਗ ਬਦਲੇ ਹੈ, ਹੋਰ ਕੁਝ ਨਹੀਂ ਬਦਲਿਆ। ਖੱਡਾਂ ਸੇਮ ਚੱਲ ਰਹੀਆਂ ਨੇ। ਜਿਵੇਂ ਹੁਣ ਉਦੋਂ ਹਿਸਾਬ ਕਿਤਾਬ ਲੈਣ ਗਿਆ ਸੀ, ਹੁਣ ਪਿੱਛੇ ਜੇ ਸੁਖਬੀਰ ਬਾਦਲ, ਇਹ ਠੀਕ ਚੱਲ ਰਿਹਾ ਕੰਮ ਨਾ। ਜਿਵੇਂ ਆਪਾਂ ਖੇਤ ਜਾਂਦੇ ਹਾਂ ਜਾਂ ਕੋਈ ਆਪਾਂ ਫੈਕਟਰੀ 'ਚ ਜਾਂਦੇ ਹਾਂ ਵੀ ਸਾਡੀ ਫੈਕਟਰੀ ਠੀਕ ਚੱਲ ਰਹੀ ਹੈ, ਉਹ ਦੇਖਣ ਗਿਆ ਸੀ ਵੀ ਠੀਕ ਚੱਲ ਰਿਹਾ ਕੰਮ, ਨਾਲ ਫੀਤਾ ਵੀ ਲਈ ਫਿਰਦਾ ਸੀ ਵੀ ਸਾਡੇ ਵਾਲਾ ਹਿੱਸਾ ਸਾਨੂੰ ਪ੍ਰੋਪਰ ਮਿਲ ਰਿਹਾ ਜਾਂ ਨਹੀਂ। ਮੇਰੇ ਖਿਆਲ 'ਚ 4-5 ਵਾਰ ਤਾਂ ਤੁਸੀਂ ਉਹਨਾਂ ਨੂੰ ਡਿਪਟੀ ਸੀਐਮ ਬਣਾ ਚੁੱਕੇ ਹੋ, 3-4 ਵਾਰੀ ਤੁਸੀਂ ਪ੍ਰਧਾਨ ਬਣਾ ਚੁੱਕੇ ਹੋ। ਸੂਤਰ ਹੈ ਨਾ, ਉਹ ਕਰ ਕਰਕੇ ਤੁਸੀਂ ਮੈਨੂੰ ਲੱਗਦਾ 50 ਕੇ ਤੁਸੀਂ ਉਹਨਾਂ ਨੂੰ ਉਹ ਕਰ ਰਹੇ ਹੋ। ਹੁਣ ਤਾਂ ਬਹੁਤ ਸਾਰੇ ਸਬੂਤ ਮਿਲ ਗਏ, ਬੱਚੇ ਨੂੰ ਪਤਾ ਲੱਗ ਗਿਆ ਕਿ ਇਹ ਮਿਲੇ ਹੋਏ ਨੇ। ਭਾਵੇਂ ਉਹ ਬਰਗਾੜੀ ਵਾਲਾ ਜਿਹੜਾ ਬੇਅਦਬੀ ਕਾਂਡ ਹੈ ਉਹਦੇ ਵਿੱਚ ਦੋਸ਼ੀਆਂ ਨੂੰ ਬਚਾਉਣਾ, ਇੱਥੋਂ ਤੱਕ ਕਿ ਹਾਈ ਕੋਰਟ ਦੇ ਵਿੱਚ ਵੀ ਇੰਨੇ ਮਤਲਬ ਲਾਈਟਲੀ ਉਸ ਕੇਸ ਨੂੰ ਲੈਣਾ ਕਿ ਜੀ ਇਹ ਆਪਾਂ ਨੂੰ ਆਹ ਆਰਡਰ ਦਵਾ ਦਿਓ ਜੀ, ਆਹ ਹੁਣ ਕਹਿੰਦੇ ਆ ਕਿ ਅਸੀਂ ਜਾਵਾਂਗੇ ਉੱਥੇ ਸੁਪਰੀਮ ਕੋਰਟ। ਸੋ ਜਿੰਨਾ ਵੀ ਮਾਫੀਆ ਜਿਨ੍ਹਾਂ ਨੂੰ ਕਹਿੰਦੇ ਸੀ ਅਸੀਂ ਲੱਕ ਤੋੜ ਦਿਆਂਗੇ, ਆਹ ਕਰ ਦਿਆਂਗੇ, ਉਹ ਕਰ ਦਿਆਂਗੇ, ਸਾਰਾ ਕੁਝ ਸੇਮ ਚੱਲ ਰਿਹਾ ਹੈ। ਸਿਰਫ ਪੱਗਾਂ ਦੇ ਰੰਗ ਬਦਲੇ ਹੈ, ਹੋਰ ਕੁਝ ਨਹੀਂ ਬਦਲਿਆ। ਜਾਂ ਫਿਰ ਇੱਕ ਚੀਜ਼ ਹੋਰ ਬਦਲੀ ਹੈ ਕਿ ਪਹਿਲਾਂ 10 ਸਾਲ ਲੋਕ ਕੁੱਟ ਖਾਣ ਵਾਸਤੇ ਬੇਰੁਜ਼ਗਾਰ, ਚਾਹੇ ਉਹ ਡਾਕਟਰ ਹੋਣ, ਚਾਹੇ ਉਹ ETT ਵਾਲੇ ਹੋਣ, ਚਾਹੇ ਲਾਈਨਮੈਨ ਹੋਣ, ਆਂਗਨਵਾੜੀ ਵਾਲੇ ਹੋਣ, ਕਿਸਾਨ ਹੋਣ। ਪਹਿਲਾਂ ਪੰਜਾਬ ਦੇ ਲੋਕ ਕੁੱਟ ਖਾਣ ਵਾਸਤੇ ਬਠਿੰਡੇ ਜਾਂਦੇ ਸੀ, ਹੁਣ ਉਹਨਾਂ ਨੂੰ ਪਟਿਆਲੇ ਜਾਣਾ ਪੈਂਦਾ। ਸਿਰਫ ਇੱਕ ਸ਼ਹਿਰ ਬਦਲਿਆ, ਹੋਰ ਕੁਝ ਨਹੀਂ ਬਦਲਿਆ। ਬਾਕੀ ਸਭ ਕੁਝ ਸੇਮ ਹੈ। ਰੇਤੇ ਦੀਆਂ ਖੱਡਾਂ ਸੇਮ ਚੱਲ ਰਹੀਆਂ ਨੇ। ਜਿਵੇਂ ਹੁਣ ਉਦੋਂ ਹਿਸਾਬ ਕਿਤਾਬ ਲੈਣ ਗਿਆ ਸੀ, ਹੁਣ ਪਿੱਛੇ ਜੇ ਸੁਖਬੀਰ ਬਾਦਲ, ਕਿ ਠੀਕ ਚੱਲ ਰਿਹਾ ਕੰਮ ਨਾ। ਜਿਵੇਂ ਆਪਾਂ ਖੇਤ ਜਾਂਦੇ ਹਾਂ ਜਾਂ ਕੋਈ ਆਪਾਂ ਫੈਕਟਰੀ 'ਚ ਜਾਂਦੇ ਹਾਂ ਵੀ ਸਾਡੀ ਫੈਕਟਰੀ ਠੀਕ ਚੱਲ ਰਹੀ ਹੈ, ਉਹ ਦੇਖਣ ਗਿਆ ਸੀ ਵੀ ਠੀਕ ਚੱਲ ਰਿਹਾ ਕੰਮ, ਨਾਲ ਫੀਤਾ ਵੀ ਲਈ ਫਿਰਦਾ ਸੀ ਵੀ ਸਾਡੇ ਵਾਲਾ ਹਿੱਸਾ ਸਾਨੂੰ ਪ੍ਰੋਪਰ ਮਿਲ ਰਿਹਾ ਜਾਂ ਨਹੀਂ। ਸੋ ਇੱਥੋਂ ਇਹ ਸਿੱਧ ਹੁੰਦਾ ਹੈ ਕਿ ਇਹਨਾਂ ਦੇ ਜਿਹੜਾ ਮਾਫੀਆ ਉਹ ਸੇਮ ਹੈ। ਕੈਪਟਨ ਸਾਹਿਬ ਨੂੰ ਅੱਗੇ ਵਧਾ ਰਹੇ ਨੇ, ਬਹੁਤ ਵਾਰੀ ਸਾਬਤ ਹੋ ਗਿਆ। ਹੁਣ ਤਾਂ ਪੰਜਾਬ ਦੇ ਲੋਕਾਂ ਨੂੰ ਪਤਾ ਵੀ ਲੱਗ ਗਿਆ ਇਸ ਗੱਲ ਦਾ। ਸੋ ਇਹ 2017 'ਚ ਉਹਨਾਂ ਨੇ ਕੀਤਾ, ਚਲੋ ਅਸੀਂ ਵੀ ਉਦੋਂ ਨਵੇਂ ਸੀ, ਪਰ ਸਾਡੇ ਕੋਲ ਹੁਣ ਤਜਰਬਾ ਹੋ ਗਿਆ। 2022 ਦੇ ਵਿੱਚ ਪੰਜਾਬ ਦੇ ਲੋਕ ਹੁਣ ਅਗਲਾ ਧੋਖਾ ਨਹੀਂ ਖਾਣਗੇ, ਉਹ ਦੋਨਾਂ ਤੋਂ ਅੱਕੇ ਪਏ। ਮਾਨ ਸਾਹਿਬ, ਇੱਕ ਕੱਲ ਰਾਜਾ ਵੜਿੰਗ ਨੇ ਪੋਸਟ ਸ਼ੇਅਰ ਕੀਤੀ ਕਿ ਮਨਪ੍ਰੀਤ ਬਾਦਲ ਅਕਾਲੀਆਂ ਨੂੰ ਹੀ ਚੈੱਕ ਵੰਡ ਰਹੇ ਨੇ 15-15 ਲੱਖ। ਕਹਿੰਦੇ ਵੀ ਮਨ ਦੁਖੀ ਹੁੰਦਾ ਕਿ ਉਹੀ ਅਕਾਲੀ ਦਲ ਜਿਨ੍ਹਾਂ ਨੂੰ ਗਾਲਾਂ ਕੱਢਦੇ ਸੀ ਉਹਨਾਂ ਨੂੰ ਹੀ ਹੁਣ ਫੋਟੋ ਉਹਨਾਂ ਨਾਲ ਸ਼ੇਅਰ ਸੀ ਤੇ ਉਹ ਉਹਨਾਂ ਨੂੰ ਹੀ ਫਿਰ ਉਹੀ ਤਾਂ ਅਸੀਂ ਕਹਿੰਦੇ ਹਾਂ ਕਿ ਵਿੱਤ ਮੰਤਰੀ ਕਾਂਗਰਸ ਦੇ ਪੈਸੇ ਅਕਾਲੀਆਂ ਨੂੰ, ਇਹ ਤਾਂ ਹੁਣ ਉਹਨਾਂ ਦੇ ਆਪਦੇ ਮੰਤਰੀ ਕਹਿ ਰਹੇ ਨੇ, ਆਪਦੇ MLA ਕਹਿ ਰਹੇ ਨੇ ਕਿ ਸਾਨੂੰ ਤਾਂ ਇਹ ਸ਼ੱਕ ਹੈ ਵੀ ਉੱਥੇ ਫੋਟੋਆਂ ਲੱਗਦੀਆਂ ਨੇ ਜਿਹੜੀਆਂ, ਜਾਂ ਜਿੱਥੇ ਵੀ ਜਾਂਦੇ ਨੇ ਉਹ ਉਹਨਾਂ ਨੂੰ ਪੈਸੇ ਦਿੰਦੇ। ਸੋ ਆਪਸ 'ਚ ਇੱਕੋ ਹੀ ਨੇ। ਮੈਂ ਕੱਲ੍ਹ ਤੁਹਾਨੂੰ ਦੱਸਿਆ ਸੀ ਬਿਜਲੀ ਵਾਲੇ ਜਿਹੜੇ, ਉਹਦੇ ਵਿੱਚ ਵੀ ਇੱਕੋ ਹੀ ਨੇ ਸਾਰੇ, ਬਿਜਲੀ ਦੀ ਜਿਹੜੀਆਂ ਕੰਪਨੀਆਂ ਤੋਂ ਫੰਡਿੰਗ ਲਈ ਹੈ। ਸੋ ਇਹ ਰਲ ਮਿਲ ਕੇ ਖੇਡਦੇ ਆ, ਪਰ ਇਸ ਵਾਰ ਨਹੀਂ, ਕਿਉਂਕਿ ਪਹਿਲਾਂ ਇਹਨਾਂ ਕੋਲੇ ਲੋਕਾਂ ਕੋਲੇ ਕੋਈ ਰਾਹ ਨਹੀਂ ਹੁੰਦਾ ਸੀ। ਪਹਿਲੇ ਤੋਂ ਦੁਖੀ ਹੋ ਕੇ ਦੂਜੇ ਕੋਲੇ, ਤੇ ਦੂਜੇ ਤੋਂ ਉਦੋਂ ਵੱਧ ਦੁਖੀ ਹੋ ਕੇ ਫਿਰ ਪਹਿਲੇ ਕੋਲੇ। ਹੁਣ ਤੀਜਾ ਆਪਸ਼ਨ ਜਿਹੜਾ ਉਹ ਆਮ ਆਦਮੀ ਪਾਰਟੀ ਹੈ, ਤੇ ਹੁਣ ਇਹਨਾਂ ਤੇ ਝਾੜੂ ਫਿਰੂਗਾ ਜਦੋਂ, ਤਾਂ ਇਹ ਰਾਜਨੀਤਿਕ ਗੰਦਗੀ ਜਿਹੜੀ ਹੈ ਉਹ ਸਾਫ਼ ਹੋਊ। ਸੁਖਬੀਰ ਬਾਦਲ ਕਹਿੰਦੇ ਰਹੇ ਕਿ ਅਸੀਂ 5 ਸਾਲ ਲਈ ਸਰਕਾਰ ਲੀਜ਼ ਤੇ ਦਿੱਤੀ ਆ, ਤੁਹਾਨੂੰ ਗ੍ਰਾਂਟਾਂ ਲੈਣ ਦੀ ਕੋਈ ਲੋੜ ਨਹੀਂ, ਸਾਡੀ ਸਰਕਾਰ ਦੁਬਾਰਾ ਬਣੇਗੀ। ਇਹ ਵੀ ਇਸੇ ਗੱਲ ਦਾ ਸਬੂਤ ਹੈ ਕਿ ਅਸੀਂ 5 ਸਾਲ ਠੇਕੇ ਦੇ ਦਿੱਤੇ, ਥੋੜ੍ਹੀ ਰੈਸਟ ਕਰ ਲਈਏ। ਕਿਹਾ ਉਹਨੇ ਬਿਆਨ, ਮੈਂ ਵੀ ਸੁਣਿਆ ਕਿ ਇਹ ਤਾਂ ਜਿਵੇਂ ਕਹਿੰਦਾ 5 ਸਾਲ ਆਪਾਂ ਥੋੜ੍ਹੀ ਜਿਹੀ ਰੈਸਟ ਕਰ ਲਈਏ, 10 ਸਾਲ ਹੋ ਗਏ ਸੀ, ਬਸ ਆਉਣੇ ਆਪਾਂ। ਸੋ ਇਹ ਤਾਂ ਪੰਜਾਬ ਨੂੰ ਇੱਕ ਟਰੱਕ ਵਾਂਗੂ ਚਲਾਉਂਦੇ ਸੀ। ਜਿਵੇਂ ਜਿਹੜਾ ਡਰਾਈਵਰ ਆ ਉਹ ਕਈ ਵਾਰੀ ਕਲੀਨਰ ਨੂੰ ਫੜਾ ਆਉਂਦਾ, ਜਿੱਥੇ ਜੇ ਸੜਕ ਸਾਫ਼ ਹੋਵੇ ਵੀ ਥੋੜ੍ਹਾ ਜਿਹਾ ਤੂੰ ਚਲਾ ਲਾ 20 ਕਿਲੋਮੀਟਰ। ਸੋ ਐਂ ਪੰਜਾਬ ਨੂੰ ਚਲਾਉਂਦੇ ਰਹੇ ਆ ਇਹ। ਸੋ ਇਹਨਾਂ ਦੇ ਸਾਰਿਆਂ ਦੇ ਹੁਣ ਭੇਤ ਖੁੱਲ੍ਹਣਗੇ। ਤੁਸੀਂ ਕੱਲ ਟਵੀਟ ਕੀਤਾ ਸੀ ਨਵਜੋਤ ਸਿੱਧੂ ਲਈ, ਉਸ ਤੇ ਨਵਜੋਤ ਸਿੱਧੂ ਦਾ ਹੁਣ ਉਹਨੇ ਰਿਪਲਾਈ ਆਇਆ, ਕਹਿੰਦੇ ਜੀ ਜਿਹੜੇ ਮੁੱਦੇ ਮੈਂ ਚੁੱਕਦਾ ਰਹਾਂਗਾ, ਵਿਰੋਧੀ ਧਿਰ ਲਗਾਤਾਰ ਉਹਦੀ ਤਾਰੀਫ ਕਰਦੀ ਰਹੀ ਔਰ ਮੇਰੇ ਮੁੱਦਿਆਂ ਨੂੰ ਹੀ ਲਗਾਤਾਰ ਚੁੱਕਦੀ ਰਹੀ ਹੈ, ਚਾਹੇ ਬੇਅਦਬੀ ਦਾ, ਚਾਹੇ ਡਰੱਗ ਦਾ, ਫਾਰਮਰ ਇਸ਼ੂ ਹੈ, ਕਰਪਸ਼ਨ ਦਾ ਜਾਂ ਪਾਵਰ ਕ੍ਰਾਈਸਿਸ ਹੈ। ਔਰ ਇਹ ਕਲੀਅਰ ਹੈ ਕਿ ਉਹ ਵੀ ਜਾਣਦੇ ਆ ਕਿ ਪੰਜਾਬ ਦੇ ਲਈ ਕੌਣ ਲੜ ਰਿਹਾ। ਇਹਦੇ ਵਿੱਚ ਐਡ ਹੋਣਾ ਜੀ, ਰਾਜਕੁਮਾਰ ਵੇਰਕਾ ਦਿੱਲੀ ਪਹੁੰਚ ਗਏ, ਕਹਿੰਦੇ ਹੁਣ ਮੈਂ ਖੁਲਾਸਾ ਕਰਾਂਗਾ ਕਿ ਆਮ ਆਦਮੀ ਪਾਰਟੀ ਕਿੱਥੋਂ ਫੰਡ ਲੈਂਦੀ ਰਹੀ। ਬਿਲਕੁਲ ਰਾਜਕੁਮਾਰ ਵੇਰਕਾ ਜੀ ਇਸੇ ਕੰਮ 'ਤੇ ਰੱਖੇ ਹੋਏ ਨੇ ਉਹਨਾਂ ਨੇ, ਤੇ ਉਹਨਾਂ ਨੂੰ ਦਿੱਲੀ ਭੇਜ ਦਿੰਦੇ ਆ। ਉਹ ਇੱਧਰ ਜਦੋਂ ਉਹਨਾਂ ਨੂੰ ਪਤਾ ਲੱਗਦਾ ਕਿ ਇੱਧਰ ਯਾਰ ਗੱਲ ਚੱਲ ਰਹੀ ਹੈ
ਨਾ ਨਾ ਇੱਧਰ ਕੈਬਨਿਟ ਦੇ ਵਿੱਚ ਰੱਦੋ ਬਦਲਦੀ, ਫਿਰ ਉਹਨੂੰ ਇੱਧਰ ਭਜਦਾ ਵੀ ਸ਼ਾਇਦ ਮੈਨੂੰ ਕਿਤੇ ਊਂ ਦਿੱਲੀ ਭੇਜਦਾ ਹੋਵੇ, ਮੈਨੂੰ ਮੇਰਾ ਨਾਂ ਨਾ ਕਿਤੇ ਕੱਟ ਜੇ। ਉਹ ਆਉਂਦੇ ਜਾਂਦੇ ਰਹਿੰਦੇ ਆ ਰਾਜਕੁਮਾਰ ਵੇਰਕਾ ਦਾ ਕੋਈ ਪ੍ਰੋਬਲਮ ਨਹੀਂ। ਪਰ ਤੁਹਾਡਾ ਜਿਹੜਾ ਮੈਂ ਕੱਲ ਇਹੀ ਕਿਹਾ ਕਿ ਸਿੱਧੂ ਸਾਹਿਬ ਇੱਕ ਟਵੀਟ ਤਾਂ ਬਣਦਾ ਨਾ, ਫਿਰ ਇਹ ਮੁੱਦਾ ਨਹੀਂ ਹੁਣ ਕਿ ਤੁਸੀਂ ਲਾਰਸਨ ਐਂਡ ਟੂਬਰੋ ਕੰਪਨੀ ਤੋਂ, ਤੁਸੀਂ ਵੇਦਾਂਤਾ ਤੋਂ ਤੇ ਤੁਸੀਂ ਜੀਵੀਕੇ, ਤਿੰਨੇ ਕੰਪਨੀਆਂ ਦੇ ਜਿਹੜੇ ਥਰਮਲ ਪਲਾਂਟ ਨੇ ਉਹਨਾਂ ਤੋਂ ਤੁਸੀਂ ਕਰੋੜਾਂ ਰੁਪਈਆ ਲੈ ਰਹੇ ਹੋ, ਔਰ ਪੈਸਾ ਜਾ ਰਿਹਾ 24 ਅਕਬਰ ਰੋਡ ਜਿਹੜਾ ਇਹਨਾਂ ਦਾ ਦਫ਼ਤਰ ਹੈ ਉਹਦੇ ਖਾਤੇ 'ਚ। ਤੇ ਫਿਰ ਇੱਕ ਟਵੀਟ ਤਾਂ ਮੈਂ ਕਿਹਾ ਬਣਦਾ ਹੈ ਨਾ, ਫਿਰ ਭਾਵੇਂ ਘੱਟ ਅੱਖਰਾਂ ਨਾਲ ਕਰ ਲਓ, ਇਹ 'ਚ ਕਿਹੜੀ ਗੱਲ ਹੈ, ਇੱਕ ਤਾਂ ਕਰੋ ਨਾ। ਫਿਰ ਮੈਂ ਤਾਂ ਆਹੀ ਕਿਹਾ, ਜੇ ਟਵੀਟ ਕਰ ਦੇਣਗੇ ਮੈਨੂੰ ਖੁਸ਼ੀ ਹੋਊਗੀ, ਹਾਂ ਵੀ ਨਵਜੋਤ ਸਿੱਧੂ ਕਿਸੇ ਨੂੰ ਨਹੀਂ ਬਖਸ਼ਦਾ ਬਈ, ਹੈ ਭਾਵੇਂ ਆਪਦਿਆਂ 'ਚ ਹੋਵੇ ਗਲਤੀ, ਇਹ ਕੱਢਦਾ। ਮਾਨ ਸਾਹਿਬ ਜੀ, ਸਿੱਧੂ ਤੇ ਆਮ ਆਦਮੀ ਪਾਰਟੀ ਦਾ ਵਿਜ਼ਨ ਇੱਕ ਹੈਗਾ ਤੇ ਫਿਰ ਇਕੱਠੇ ਕਿਉਂ ਨਹੀਂ ਹੋਏ? ਇਹ ਸਿੱਧੂ ਨੂੰ ਪੁੱਛੋ ਜੀ। ਤੁਸੀਂ ਤਿਆਰ ਹੋ? ਤੁਸੀਂ ਤਿਆਰ? ਨਹੀਂ ਅਸੀਂ ਤਾਂ ਪਹਿਲਾਂ ਵੀ ਕਹਿ ਚੁੱਕੇ ਸੀ, ਪਰ ਉਹ ਤਾਂ ਹੁਣ ਆਪਦੀ ਪਾਰਟੀ ਦੇ ਪ੍ਰਧਾਨ, ਮੇਰੇ ਖਿਆਲ 'ਚ 4-5 ਵਾਰੀ ਤਾਂ ਤੁਸੀਂ ਉਹਨਾਂ ਨੂੰ ਡਿਪਟੀ ਸੀਐਮ ਬਣਾ ਚੁੱਕੇ ਹੋ, 3-4 ਵਾਰੀ ਤੁਸੀਂ ਪ੍ਰਧਾਨ ਬਣਾ ਚੁੱਕੇ ਹੋ। ਸੂਤਰ ਹਨਾ, ਉਹ ਕਰਕੇ ਤੁਸੀਂ ਮੈਨੂੰ ਲੱਗਦਾ 50 ਕੇ ਤੁਸੀਂ ਉਹਨਾਂ ਨੂੰ ਉਹ ਕਰ ਰਹੇ ਹੋ। ਸੋ ਮੈਂ ਤਾਂ ਇਹੀ ਕਹਿਣਾ, ਸਿੱਧੂ ਸਾਹਿਬ ਜਿੱਥੇ ਰਹਿਣ, ਜਿਹੜੀ ਮਰਜ਼ੀ ਪਾਰਟੀ ਜਾਓ, ਪਰ ਪੰਜਾਬ ਦੇ ਭਲੇ ਦੀ ਗੱਲ ਕਰੋ। ਜੇ ਉਹ ਆਪਦੀ ਪਾਰਟੀ 'ਚ ਵੀ ਕੋਈ ਨੁਕਸਾ ਉਹ ਵੀ ਕੱਢਦੇ ਰਹੋ। ਰਾਘਵ ਜੀ, ਮੇਰਾ ਇੱਕ ਕੁਐਸਚਨ ਹੈ, ਤੁਸੀਂ ਹਲਕਾ ਇੰਚਾਰਜ ਲਗਾ ਰਹੇ ਹੋ, ਅਸੀਂ ਇਹਨਾਂ ਨੂੰ ਇਹ ਮੰਨੀ ਹੈ ਵੀ ਇਹ ਜਿਹੜੇ ਤੁਸੀਂ ਪਾਰਟੀ ਟਿਕਟ ਦੇਣੀ ਹੈ ਐਮਐਲਏ ਦੀਆਂ, ਇਹ ਉਹ ਹੈਗੇ ਆ। ਇਸੀ ਦੇ ਨਾਲ ਦੂਸਰਾ ਕੁਐਸਚਨ ਸਰ ਇਹ ਹੈ, ਜਿਹੜੇ ਹਲਕਾ ਇੰਚਾਰਜ ਲਗਾਏ ਆ ਉਹਦੇ ਵਿੱਚ ਜਿਹੜੇ ਆਲਰੇਡੀ ਕੋਈ ਇਲਾਕਿਆਂ 'ਚ ਆਪਣੇ ਕੰਮ ਕਰ ਰਹੇ ਸੀਗੇ, ਉਹਨਾਂ ਨੇ ਲਗਾ। देखिए, हल्का इंचार्ज एक बहुत बड़ी जिम्मेदारी रिस्पॉन्सिबिलिटी होती है। हमारी पार्टी बड़े सोच समझ के किसी एक आगू को, एक नेता को हल्का इंचार्ज की जिम्मेदारी देती है। टिकट किसको मिलेगी इसका फैसला चुनावों के आसपास होगा। हल्का इंचार्ज का मतलब टिकट नहीं है, जिम्मेदारी है। संगठन की सेवा करना, सूबे के लोगों की सेवा करने के लिए एक मौका दिया गया है। इसको टिकट से कतई भी कंफ्यूज ना करें। और हमारा परिवार एक है, हमारे परिवार में सब एक हैं। मुझे हल्का इंचार्ज साथ वाले को कोई बुरा नहीं लगता। हम सब एक होकर मिलकर इस बार आम आदमी पार्टी की सरकार बनाने के लिए लड़ाई लड़ रहे हैं। और खाली हम नहीं, पंजाब की जनता हमारे साथ खड़ी है। वो हमें कह रही है कि इस बार चूक मत जाना, इस बार गलती मत करना। अगर पिछली बार कोई गलती हो भी गई, इस बार मत करना, ध्यान से चलना, कदम फूक फूक के रखना। तो हम फूक फूक के कदम रख के चल रहे हैं, बहुत ध्यान से चल रहे हैं। और इस बार चाहे अकाली दल, भाजपा, कांग्रेस, बसपा, सारी पार्टियां एक होकर भी हमारे खिलाफ चुनाव लड़ेंगी ना, तो पंजाब की जनता इस बार आम आदमी पार्टी को, अरविंद केजरीवाल की पार्टी को मौका देगी। ਇਸ ਦੇ ਨਾਲ ਹੀ ਮੇਰਾ ਕੁਐਸਚਨ ਹੈ, ਜਿਹੜੇ ਤੁਸੀਂ ਹਲਕਾ ਇੰਚਾਰਜ ਲਗਾਇਆ, ਜਿਸ ਟਾਈਮ ਤੁਸੀਂ ਟਿਕਟਾਂ ਦੋਗੇ ਤਾਂ ਇਹਨਾਂ ਦੇ ਨਾਮ ਤੇ ਵੀ ਵਿਚਾਰ ਕਰੋਗੇ ਜਾਂ ਇਹਨਾਂ ਦੇ ਨਾਮਾਂ ਤੇ ਕੋਈ ਵਿਚਾਰ अब मेरी सारी स्ट्रैटेजी मुझसे आज पूछ लोगे, अब तो थोड़ा बहुत तो मैं इलेक्शन के पास बताऊंगा, आज नहीं बताऊंगा। सीएम के चेहरे के बारे में सबसे पहले आपको बताएंगे जब आप ਜਦੋਂ ਪਤਾ ਲੱਗ ਗਿਆ ਤੈਨੂੰ ਦੱਸਦਾ। ਅਕਸਰ ਕਿਹਾ ਜਾਂਦਾ ਜਦੋਂ ਪਾਰਟੀ ਦੇ ਵਿੱਚ ਕੋਈ ਵੀ ਲੀਡਰ ਸ਼ਾਮਿਲ ਹੁੰਦਾ ਹੈ ਕਿ ਜੀ ਬਿਨਾਂ ਸ਼ਰਤ ਸ਼ਾਮਿਲ ਹੋ ਰਿਹਾ, ਪਰ ਅਕਸਰ ਦੇਖਿਆ ਜਾਂਦਾ ਉਹਨਾਂ ਹੀ ਕੈਂਡੀਡੇਟ ਨੂੰ ਟਿਕਟ ਦਿੱਤੀ ਜਾਂਦੀ ਹੈ ਜਾਂ ਉਹਨਾਂ ਨੂੰ ਥੋੜੇ ਦਿਨਾਂ ਦੇ ਬਾਅਦ ਅਹੁਦੇ ਦੇ ਦਿੱਤੇ ਜਾਂਦੇ ਆ। आपको शामिल करेंगे पार्टी में, बिना शर्त करेंगे जब ਨਹੀਂ, ਅਕਸਰ ਤੁਸੀਂ ਬਿਨਾਂ ਸ਼ਰਤ ਹੀ ਕਿਹਾ ਜਾਂਦਾ ਹੈ। नहीं पता क्या है, एक स्टेटमेंट दे कहते हैं अकाली दल ने जो 2500 करोड़ के एरियर्स हैं कोल वॉशिंग स्कैम को लेके, दे डिमांडेड a CBI इन्वेस्टिगेशन अबाउट दैट। सो और उससे रिलेटेड है कि दिल्ली गवर्नमेंट ने भी जो है जो स्पेशली पिटीशन फाइल की थी सुप्रीम कोर्ट में, उसका क्लोजर योर पार्टी सॉट, द गवर्नमेंट सॉट द क्लोजर ऑफ दैट। हालांकि आपका स्टैंड ऑफ पार्टी क्या है दैट यू सॉट द अपग्रेडेशन ऑफ थर्मल प्लांट्स। No, we please let me tell you, first of all, there is an ongoing matter in the Supreme Court called the MC Mehta versus Union of India case, which has been going on for the last 20, 25, 30 years. And in that matter, the Honorable Supreme Court directed Haryana government, Punjab government and other governments that you have to install this pollution control equipment in your thermal power plants. And if you fail to do so, then in that event you have to cease operations of that plant. आपको वो plant बंद करना है। ये मैंने नहीं कहा है, सुप्रीम कोर्ट ने कहा है। इसमें दिल्ली सरकार का कोई लेना देना ही नहीं है, झूठ फैलाया जा रहा है। It is a direction of the Honorable Supreme Court and notifications passed by the central government. Delhi government has nothing to do with it. और हम तो साफ कहते हैं कि ये सारे थर्मल पावर प्लांट जो प्राइवेट चल रहे हैं और जो प्राइवेट पीपी हैं, ये बादलों ने
और कैप्टन साहब ने मिलकर किए हैं। आज भी इनकी जेबों में पैसा आता है, वहां से पंजाब लुटता है लेकिन इन लोगों की जेबों में पैसा जाता है, ये सच्चाई है। और एक बात और मैं इसमें ऐड कर देता हूँ, जो पंजाब में जो पीपीए हुए तीनों थर्मल प्लांट के, उसमें ये क्लॉज नहीं है कि यू हैव टू डू द अपग्रेडेशन, ये उनके लिए जरूरी नहीं है। जब भी उनको कोई सरकार बोले कि अपग्रेड करो जी, आप वो पोल्यूशन का जो यंत्र है वो लगाओ, वो कहते हैं ठीक है जी 1000 करोड़ एक प्लांट का लगेगा, 3000 करोड़ दे दो, हम कर देते हैं, हमारे उसमें एग्रीमेंट में तो ये जरूरी नहीं है, ठीक है ना। ऐसे ऐसे एग्रीमेंट किए हैं, ऐसे ऐसे क्लॉज हैं जो 25 साल में पंजाब को नोच नोच के खा जाएंगे। 25,000 करोड़ का ये सारे प्रोजेक्ट थे, अब तक 52,000 करोड़ रुपया पे कर चुके हैं। अगर ये समझौते की म्याद है तब तक हम 2,10,000 करोड़ उनको दे चुके होंगे, चाहे वो चलें चाहे ना चलें, उनको मिलता ही है, ठीक है ना। सो ये समझौते अकाली दल ने किए थे और अकाली दल वाले खुद ही धरने दे रहे हैं आज। अरे तुमने तो ये सफेद हाथी जो है वो पंजाब को दिए हैं, आप किस मुंह से धरने दे रहे हो, किस मुंह से बात कर रहे हो। तो अकाली दल वाले जो वो तो मतलब अपनी खोई हुई जमीन जो है वो तलाश रहे हैं, और लेकिन लोगों के दिलों से अकाली दल बिल्कुल निकल चुका है, नफरत के पात्र।